ਵੇਖ ਰਿਹਾ ਉਹਨਾਂ ਉਹ ਵੇਖ ਰਿਹਾ। ਪਾਰਵਤੀ ਕਹਿੰਦੀ ਬਾਕੀ ਸਾਰੇ ਬੱਚੇ ਨਹਾ ਰਹੇ ਨੇ, ਆਹ ਇੱਕ ਬੱਚਾ ਜਿਹੜਾ ਇਹ ਨਹੀਂ ਨਹਾ ਰਿਹਾ, ਇਹ ਕਿਉਂ ਨਹੀਂ ਨਹਾ ਰਿਹਾ? ਤੇ ਸ਼ਿਵ ਜੀ ਕਹਿੰਦੇ ਕਿ ਵੇਖ ਲੈ ਕੋਲ ਜਾ ਕੇ। ਜਦੋਂ ਕੋਲ ਜਾ ਕੇ ਵੇਖਿਆ ਉਹਦੇ ਹੱਥ ਹੈ ਨਹੀਂ ਸੀ, ਉਹਦੇ ਹੱਥ ਨਹੀਂ ਸੀ ਹੈਗੇ। ਕਹਿੰਦੇ ਇਸੇ ਕਰਕੇ ਇਹ ਪਾਣੀ 'ਚ ਤਰ ਨਹੀਂ ਸਕਦਾ, ਕਿਉਂਕਿ ਇਸਦੇ ਹੱਥ ਨਹੀਂ। ਪਾਰਵਤੀ ਕਹਿੰਦੀ ਕਿ ਇਸ ਨੂੰ ਹੱਥ ਦੇ ਦੇਵੋ, ਇਸ ਨੂੰ ਹੱਥ ਦੇ ਦੇਵੋ ਤਾਂ ਕਰਕੇ ਇਹ ਵੀ ਨਹਾ ਸਕੇ, ਇਹ ਵੀ ਬੱਚਿਆਂ ਦੇ ਨਾਲ ਪਾਣੀ ਦੇ ਵਿੱਚ ਤਰ ਸਕੇ, ਤਾਰੀਆਂ ਲਗਾ ਸਕੇ। ਹੱਥਾਂ ਤੋਂ ਬਿਨਾਂ ਇਹ ਤਰ ਨਹੀਂ ਸਕਦਾ, ਇਹ ਕਿਰਪਾ ਕਰੋਗੇ ਦੀਦੀ। ਸ਼ਿਵ ਜੀ ਕਹਿੰਦੇ ਨਹੀਂ, ਇਹਦੇ ਕਰਮ ਕੋਈ ਐਸੇ ਹੋਣਗੇ ਤੂੰ ਰਹਿਣ ਦੇ। ਕਹਿੰਦੇ ਜਿਹੋ ਜਿਹੇ ਇਹਦੇ ਕਰਮ ਨੇ ਉਸੇ ਕਰਕੇ ਪਰਮੇਸ਼ਰ ਜਿਹਨੂੰ ਵੀ ਜਿੱਥੇ ਰੱਖਦਾ ਪਿਆਰਿਓ, ਉਹਦੇ ਕਰਮਾਂ ਅਨੁਸਾਰ ਰੱਖਦਾ। ਜੋ ਕੁਝ ਵੀ ਸਾਨੂੰ ਪ੍ਰਾਪਤ ਹੁੰਦਾ ਆਪਣੇ ਕਰਮਾਂ ਕਰਕੇ ਹੁੰਦਾ। ਜੋ ਕੁਝ ਵੀ ਅਸੀਂ ਵਰਤ ਰਹੇ ਹਾਂ, ਖਾ ਰਹੇ ਹਾਂ, ਪਹਿਨ ਰਹੇ ਹਾਂ, ਜੇ ਕਈ ਵਾਰੀ ਪਤਾ ਸੀ ਕੀ ਸੋਚਦੇ ਹਾਂ, ਉਹ ਮਨੁੱਖ ਵੇਖੋ ਕਿਤਨੇ ਸੁੱਖ ਭੋਗ ਰਿਹਾ ਪਿਆਰਿਓ। ਉਹਦੇ ਜਿਹੜੇ ਨੇ ਚੰਗੇ ਕਰਮ ਕੋਈ ਸੰਚਿਤ ਹੁੰਦੇ ਨੇ, ਉਹਦੇ ਚੰਗੇ ਸੰਚਿਤ ਕਰਮ ਜਿਹੜੇ ਨੇ ਉਹਦੇ ਕੋਲ ਹੁੰਦੇ ਨੇ। ਚੰਗੇ ਕਰਮਾਂ ਕਰਕੇ ਉਸ ਨੂੰ ਧਨ ਦੌਲਤ ਵੀ ਮਿਲਦਾ, ਦੁਨੀਆ ਦੇ ਸੁੱਖ ਸਾਰੇ ਉਸ ਨੂੰ ਮਿਲਦੇ ਨੇ। ਤੇ ਜੇ ਕਦੇ ਉਹ ਉਸ ਸੁੱਖ ਲੈਂਦਿਆਂ ਹੋਇਆ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ, ਤੇ ਆਖਿਰਕਾਰ ਕਹਿੰਦੇ ਖਾਂਦਿਆਂ ਤੇ ਖੋਹ ਵੀ ਖਤਮ ਹੋ ਜਾਂਦੇ ਨੇ। ਜਦੋਂ ਉਹਦੇ ਚੰਗੇ ਕਰਮ ਕੀਤੇ ਹੋਏ ਖਤਮ ਹੋ ਜਾਂਦੇ ਨੇ, ਤੇ ਫਿਰ ਉਹ ਉਸੇ ਜਗ੍ਹਾ ਤੇ ਆ ਜਾਂਦਾ ਪਿਆਰਿਓ, ਉਸੇ ਜਗ੍ਹਾ ਤੇ ਆ ਜਾਂਦਾ। ਫਿਰ ਉਸਨੂੰ ਪਛਤਾਵਾ ਹੁੰਦਾ, ਫਿਰ ਉਸਨੂੰ ਪਛਤਾਵਾ ਹੁੰਦਾ। ਜਿਹੜੇ ਪ੍ਰਭੂ ਦੇ ਪਿਆਰੇ ਸਾਰਾ ਕੁਝ ਹੁੰਦਿਆਂ ਹੋਇਆ ਵੀ ਉਹਦੇ ਵਿੱਚੋਂ ਦਾਨ ਵੀ ਕਰਦੇ ਨੇ, ਚੰਗੇ ਕਰਮ ਕਰਦੇ ਨੇ। ਕਾਰਨ ਕਿ ਉਹ ਸੰਚਿਤ ਕਰ ਰਹੇ ਨੇ ਕਰਮ, ਉਹ ਕਰਮ ਇਕੱਠੇ ਕਰ ਰਹੇ ਨੇ। ਪਹਿਲੇ ਕੀਤੇ ਹੋਏ ਕਰਮਾਂ ਦਾ ਉਹ ਖਾ ਰਹੇ ਨੇ। ਉਹ ਕਹਿੰਦੇ ਜੇ ਸਾਨੂੰ ਸੁੱਖ ਮਿਲੇ ਨੇ, ਪਹਿਲੇ ਕੋਈ ਚੰਗੇ ਕਰਮ ਕੀਤੇ ਸੀ ਤੇ ਉਹਨਾਂ ਦਾ ਸੁੱਖ ਮਿਲਿਆ ਹੋਇਆ, ਤੇ ਜੇ ਉਹ ਅਸੀਂ ਖਾ ਲਏ ਸਾਰੇ, ਅੱਗੇ ਕੋਈ ਚੰਗਾ ਕਰਮ ਨਾ ਕੀਤਾ, ਅੱਗੇ ਨਾ ਬੀਜਿਆ ਕੋਈ ਚੰਗਾ ਕਰਮ, ਤੇ ਫਿਰ ਸਾਡਾ ਹਾਲ ਮਾੜਾ ਹੋਵੇਗਾ। ਗੋਪਾਲ ਗੋਬਿੰਦ ਅੰਤ ਨਾਹੀ, ਬੇਅੰਤ ਗੁਣ ਤਾਂ ਕੇ ਕਿਆ ਗਨੀ। ਕਹਿੰਦੇ ਉਸ ਗੋਪਾਲ ਦੇ, ਧਰਤੀ ਦੇ ਪਾਲਣ ਹਾਰੇ ਦੇ, ਗੋਬਿੰਦ ਦੇ, ਕਹਿੰਦੇ ਉਹਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਹੁਣ ਜਿਸ ਵੇਲੇ ਪਾਰਵਤੀ ਨੇ ਇਹ ਗੱਲ ਆਖੀ ਕਿ ਇਸ ਨੂੰ ਬਾਹਾਂ ਦੇ ਦੇ, ਉਸ ਨੂੰ ਹੱਥ ਦੇ ਦੇਵੋ, ਹੱਥ ਦੇ ਦਿੱਤੇ ਉਸ ਨੂੰ। ਇੱਕ ਹਫ਼ਤਾ ਹੋਇਆ, ਹਫ਼ਤੇ ਬਾਅਦ ਕਹਿੰਦੇ ਚੱਲ ਜਾ ਕੇ ਵੇਖ ਕੇ ਆਈਏ ਕਿ ਉਹ ਜਿੱਥੇ ਬੱਚੇ ਨਹਾਉਂਦੇ ਨੇ ਉਹਨਾਂ ਬੱਚਿਆਂ ਨੂੰ ਜਾ ਕੇ ਵੇਖ ਕੇ ਆਉਂਦੇ। ਜਦੋਂ ਜਾ ਕੇ ਵੇਖਿਆ ਤੇ ਸਾਰੇ ਬੱਚੇ ਬਾਹਰ ਬੈਠੇ ਹੋਏ ਨੇ। ਉਹ ਜਿਹੜੇ ਬੱਚੇ ਨੂੰ ਹੱਥ ਦਿੱਤੇ ਸਨ ਉਹ ਨਹਾ ਰਿਹਾ, ਉਹ ਪਾਣੀ ਦੇ ਵਿੱਚ ਨਹਾ ਰਿਹਾ, ਤੇ ਬਾਕੀ ਸਾਰੇ ਬਾਹਰ। ਉਹਨਾਂ ਬੱਚਿਆਂ ਨੂੰ ਜਾ ਕੇ ਪੁੱਛਿਆ ਕਿ ਤੁਸੀਂ ਨਹਾ ਕਿਉਂ ਨਹੀਂ ਰਹੇ, ਨਹਾ ਕਿਉਂ ਨਹੀਂ? ਕਹਿੰਦੀ ਆਹ ਜਿਹੜਾ ਕੱਲਾ ਜਿਸ ਨੂੰ ਤੁਸੀਂ ਉਹ ਦਿਨ ਹੱਥ ਦੇ ਕੇ ਗਏ ਹੋ ਨਾ, ਕਹਿੰਦੀ ਇਹ ਸਾਨੂੰ ਡਬੋ ਡਬੋ ਕੇ ਮਾਰਦਾ। ਕਹਿੰਦੇ ਕਿ ਜਿਹੜਾ ਪਾਣੀ ਵਿੱਚ ਵੜਦਾ ਉਸ ਨੂੰ ਡਬੋ ਡਬੋ ਕੇ ਗੋਤੇ ਦਿੰਦਾ, ਉਸ ਨੂੰ ਮਾਰਦਾ ਹੈ। ਹੁਣ ਸ਼ਿਵ ਜੀ ਕਹਿੰਦੀ ਪਾਰਵਤੀ ਨੂੰ ਆ ਵੇਖ ਲਿਆ ਕਹਿੰਦੇ ਨਜ਼ਾਰਾ। ਕਹਿੰਦੇ ਇਹਦੇ ਜਿਹੋ ਜਿਹੇ ਕਰਮ ਸੇ ਇਹਨੂੰ ਉੱਥੇ ਹੀ ਰਹਿਣ ਦੇਣਾ ਠੀਕ ਹੈ, ਉਸੇ ਹੀ ਰਹਿਣ ਦੇਣਾ ਠੀਕ ਹੈ। ਕਿਉਂਕਿ ਇਹ ਵੇਖ ਹੁਣ ਜੇ ਇਹਦੇ ਹੱਥ ਨਹੀਂ ਸੀ ਉਤਨੀ ਦੇਰ ਤੇ ਬੈਠਾ ਸੀ, ਤਰਸਯੋਗ ਬਣਿਆ ਹੋਇਆ ਸੀ, ਤੇ ਜਦੋਂ ਤਰਸ ਕਰਕੇ ਇਸ ਨੂੰ ਹੱਥ ਮਿਲ ਗਏ, ਉਹੀ ਉਹ ਕਰਮ ਇਸ ਨੇ ਕਰਨੇ ਸ਼ੁਰੂ ਕਰ ਦਿੱਤੇ ਜਿਹੜੇ ਹੱਥਾਂ ਦੇ ਨਾਲ ਇਸ ਨੇ ਮਾੜੇ ਕਰਮ ਕੀਤੇ ਸੀ ਤੇ ਇਹਨੂੰ ਹੱਥ ਨਹੀਂ ਸੀ ਨਾ ਮਿਲੇ, ਉਹੀ ਉਹ ਕਰਮ ਇਸ ਨੇ ਫੇਰ ਕਰਨੇ ਸ਼ੁਰੂ ਕਰ ਦਿੱਤੇ। ਇਹ ਆਦਤ ਤੇ ਮਜਬੂਰ ਹੈ। ਭਜ ਸਰਣ ਸੁਆਮੀ ਸੁਖੇ ਗਾਮੀ, ਤਿਸ ਬਿਨਾ ਅਨ ਨਾਹੀ ਕੋ। ਕਹਿੰਦੇ ਵਾਹਿਗੁਰੂ ਦੀ ਚਰਨ ਸ਼ਰਨ ਦੇ ਵਿੱਚ ਆ ਜਾ, ਉਹ ਸੁੱਖਾਂ ਦੇ ਦਾਤੇ ਜਿਹੜਾ ਸੁੱਖ ਦੇਣ ਵਾਲਾ ਹੈ। ਤਿਸ ਬਿਨਾ ਅਨ ਨਾਹੀ ਕੋਈ, ਉਹਦੇ ਤੋਂ ਬਿਨਾ ਸੁੱਖ ਕੋਈ ਨਹੀਂ ਦੇ ਸਕਦਾ। ਸੁਖ ਨਾਹੀ ਬਹੁਤੈ ਤਨ ਕਾਟੇ, ਸੁਖ ਨਾਹੀ ਭੇਖੈ ਨਿਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਕਿਤੇ ਹੈ ਸੁਖ ਸਰਬ ਸੁਖਾ ਹਰ ਹਰ ਗੁਣ ਗਾਏ। ਸਾਰੇ ਸੁੱਖ ਉੱਥੇ ਨੇ ਜਦੋਂ ਪਰਮੇਸ਼ਰ ਦੇ ਨਾਮ ਦੇ ਨਾਲ ਅਸੀਂ ਜੁੜ ਜਾਂਦੇ ਹਾਂ। ਬਿਨਵੰਤ ਨਾਨਕ ਦਇਆ ਤਾਰੋ, ਤਿਸ ਪ੍ਰਾਪਤ ਨਾਮ ਹੋਇ। ਵਾਹਿਗੁਰੂ ਜੀ ਤੁਸੀਂ ਜਿਸ ਦੀ ਕਿਰਪਾ ਕਰੋਗੇ ਨਾਮ ਦੀ ਪ੍ਰਾਪਤੀ ਤੇ ਉਸੇ ਨੂੰ ਹੋਣੀ ਹੈ। ਜਿਹੜਾ ਜੁੜੇਗਾ
ਉਸੇ ਨੂੰ ਨਾਮ ਦੀ ਪ੍ਰਾਪਤੀ ਹੋਏਗੀ ਨਾ। ਪਿਆਰੇ ਸਤਿਗੁਰੂ ਕਹਿ ਰਹੇ ਨੇ, ਵਾਹਿਗੁਰੂ ਜੀ ਮੈਂ ਅਰਦਾਸ ਕਰਦਾ, ਬੇਨਤੀ ਕਰਦਾ, ਅਸੀਂ ਵੀ ਇਹ ਅਰਦਾਸ ਕਰੀਏ ਵਾਹਿਗੁਰੂ ਦੇ ਚਰਨਾਂ ਦੇ, ਵਾਹਿਗੁਰੂ ਜੀ ਦਇਆ ਕਰੋ ਸਾਡੇ ਤੇ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ। ਉਹ ਵਾਹਿਗੁਰੂ ਸਾਡੇ ਤੇ ਤਰਸ ਕਰਕੇ ਫਿਰ ਆਪਣੇ ਨਾਲ ਲਗਾ ਲੈਂਦਾ ਹੈ। ਅਰਦਾਸ ਬੇਨਤੀ ਕਰੀਏ ਉਸ ਮਾਲਕ ਦੇ ਚਰਨਾਂ ਦੇ ਵਿੱਚ। ਸਰੋਗ ਚਿਤਵੇ ਚਿਤ ਜੇ ਚਿਤਵਿਆ, ਸੋ ਮੈਂ ਪਾਇਆ। ਇਹ ਕਦੋਂ ਹੋਇਆ? ਕਹਿੰਦੇ ਜੋ ਵੀ ਮਨ ਦੇ ਵਿੱਚ ਸੋਚਿਆ ਸੀ ਉਹੀ ਹੀ ਪ੍ਰਾਪਤ ਕਰ ਲਿਆ। ਜੇ ਮਨ ਦੇ ਵਿੱਚ ਮਨੁੱਖ ਸੋਚਦਾ ਕਿ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ ਤੇ ਵਾਹਿਗੁਰੂ ਦੇ ਦਰ ਤੋਂ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਤੇ ਜਦੋਂ ਨਾਮ ਦੀ ਦਾਤ ਹੀ ਪ੍ਰਾਪਤ ਹੋ ਜਾਵੇ, ਪਿੱਛੇ ਰਹਿ ਕੁਝ ਨਹੀਂ ਜਾਂਦਾ, ਪਿੱਛੇ ਰਹਿ ਕੁਝ ਨਹੀਂ ਜਾਂਦਾ, ਸਾਰਾ ਕੁਝ ਹੀ ਪ੍ਰਾਪਤ ਹੋ ਜਾਂਦਾ ਜਦੋਂ ਨਾਮ ਰੂਪੀ ਵਸਤੂ ਪ੍ਰਾਪਤ ਹੋ ਜਾਂਦੀ ਹੈ। ਨਾਨਕ ਨਾਮ ਧਿਆਏ ਸੁਖ ਸੁਭਾਇਆ। ਕਹਿੰਦੇ ਸੁਖ ਦੀ ਪ੍ਰਾਪਤੀ ਕਦੋਂ ਹੋਈ? ਜਦੋਂ ਪਰਮੇਸ਼ਰ ਦਾ ਨਾਮ ਆਰਾਧਨ ਕੀਤਾ। ਨਾਨਕ ਨਾਮ ਧਿਆਏ ਸੁਖ ਸੁਭਾਇਆ। ਸਾਰੇ ਸੁਖ ਉਦੋਂ ਆ ਜਾਂਦੇ ਨੇ ਜਦੋਂ ਅਸੀਂ ਨਾਨਕ ਦੇ ਨਾਮ ਨਾਲ, ਪ੍ਰਭੂ ਦੇ ਨਾਮ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਦੇ ਨਾਮ ਦੇ ਨਾਲ ਸਾਨੂੰ ਸਾਰਿਆਂ ਨੂੰ ਪਿਆਰਿਓ ਜੁੜਨਾ ਚਾਹੀਦਾ ਹੈ। ਸ਼ੰਤ ਅਬ ਮਨ ਛੂਟ ਗਿਆ, ਸਾਧੂ ਸੰਗ ਮਿਲੇ। ਕਹਿੰਦੇ ਹੁਣ ਕੀ ਹੋਇਆ? ਇਹ ਛੰਦ ਦੇ ਵਿੱਚ ਸਤਿਗੁਰੂ ਕਹਿ ਰਹੇ ਨੇ, ਕਹਿੰਦੇ ਮਨ ਜਿਹੜਾ ਮਾਇਆ ਵਾਲੇ ਪਾਸੇ ਭਟਕਦਾ ਸੀ, ਕਹਿੰਦੇ ਉਸ ਪਾਸੇ ਤੋਂ ਛੁੱਟ ਗਿਆ, ਖਹਿੜਾ ਛੁੱਟ ਗਿਆ। ਕਹਿੰਦੇ ਹੁਣ ਖਹਿੜਾ ਹੀ ਛੁੱਟ ਗਿਆ, ਉਸ ਪਾਸੇ ਅਬ ਮਨ ਛੁੱਟ ਗਿਆ। ਮਨ ਹੁਣ ਮਾਇਆ ਨਹੀਂ ਕਰਦਾ, ਹੁਣ ਕਹਿੰਦਾ ਵਾਹਿਗੁਰੂ ਦਾ ਨਾਮ ਜਪਣਾ। ਹੁਣ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰ। ਸਾਧੂ ਸੰਗ ਮਿਲੀ। ਕਹਿੰਦੇ ਸੰਗਤ ਮਿਲ ਗਈ ਪ੍ਰਭੂ ਦੇ ਪਿਆਰਿਆਂ ਦੀ। ਅੱਜ ਜਿਸ ਤਰ੍ਹਾਂ ਤੁਸੀਂ ਸੰਗਤ ਆ ਕਰਕੇ ਕਰਦੇ ਹੋ, ਸੰਗਤ ਦਾ ਗੁਣ ਬਹੁਤ ਵੱਡਾ ਪਿਆਰਿਓ। ਸਾਧੂ ਸੰਗ ਮਿਲੀ। ਆਹ ਪ੍ਰਭੂ ਦੇ ਪਿਆਰੇ ਬੇਨਤੀ ਕਰਦੇ ਨੇ, ਸਾਧ ਕਾ ਸੰਗ ਨਾਮ ਕਾ ਰੰਗ, ਭਜਨ ਕਾ ਪ੍ਰਤਾਪ। ਮੈਂ ਕੱਲ ਹੀ ਗੱਲ ਕਿਸੇ ਵੀਰ ਨਾਲ ਕਰ ਰਿਹਾ ਸੀ ਕਿ ਪ੍ਰਭੂ ਦੇ ਪਿਆਰੇ ਬੰਦਗੀ ਵਾਲੇ ਨੇ ਜਿਹੜੇ ਪਿਆਰੇ, ਉਹਨਾਂ ਦੀ ਨਿੰਦਿਆ ਸਾਨੂੰ ਕਰਨ ਦੇ ਨਾਲੋਂ ਸਗੋਂ ਉਹਨਾਂ ਦੇ ਗੁਣ ਗ੍ਰਹਿਣ ਕਰਨੇ ਚਾਹੀਦੇ ਨੇ। ਉਹਨਾਂ ਦੇ ਕੋਲ ਜਿਹੜੇ ਗੁਣ ਨੇ ਪਿਆਰੇ, ਪ੍ਰਭੂ ਦੇ ਪਿਆਰੇ ਜਿਹੜੇ ਵੀ ਬੰਦਗੀ ਵਾਲੇ ਨੇ, ਉਹਨਾਂ ਨੇ ਨਾਮ ਜਪ ਕੇ ਪਰਮੇਸ਼ਰ ਨੂੰ ਰਿਝਾ ਲਿਆ। ਪਰਮੇਸ਼ਰ ਨੂੰ ਰਿਝਾ ਲਿਆ ਤੇ ਫਿਰ ਜਿਸ ਦੀ ਵੀ ਬਖਸ਼ਿਸ਼ ਕਰ ਦਿੰਦੇ ਨੇ, ਉਹੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਂਦਾ। ਅਬ ਮਨ ਛੁੱਟ ਗਿਆ, ਸਾਧੂ ਸੰਗ ਮਿਲੇ। ਹੁਣ ਸਾਧੂ ਕਾ ਸੰਗ ਮਿਲ ਗਿਆ, ਨਾਮ ਦਾ ਰੰਗ ਆਪੇ ਹੀ ਚੜ ਗਿਆ। ਗੁਰਮੁਖ ਨਾਮ ਲਿਆ, ਜੋਤੀ ਜੋਤ ਰਲੇ। ਜਦੋਂ ਗੁਰੂ ਦੇ ਅਨੁਸਾਰੀ ਹੋ ਗਏ, ਗੁਰਮੁਖ ਤੋਂ ਭਾਵ ਕੀ ਹੁੰਦਾ? ਗੁਰੂ ਦਾ ਅਨੁਸਾਰੀ ਜਿਹੜਾ ਹੋ ਗਿਆ। ਗੁਰਮੁਖ ਨਾਮ ਲਿਆ, ਗੁਰਮੁਖ ਬਣ ਕੇ ਗੁਰੂ ਦਾ ਅਨੁਸਾਰੀ ਹੋ ਕੇ ਜਦੋਂ ਪਰਮੇਸ਼ਰ ਦਾ ਨਾਮ ਜਪਿਆ, ਜੋਤੀ ਜੋਤ ਰਲੇ। ਉਸ ਪਰਮੇਸ਼ਰ ਦੇ ਨਾਲ ਜੋਤ ਮਿਲ ਗਈ ਪਿਆਰਿਓ। ਜੋਤੀ ਜੋਤ ਰਲੇ ਸੰਪੂਰਨ ਥੀਆ ਰਾਮ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਉਸ ਮਾਲਕ ਦੇ ਨਾਲ ਇੱਕ ਮਿਕਤਾ ਬਣ ਗਈ, ਜੋਤ ਦੇ ਵਿੱਚ ਜੋਤ ਮਿਲ ਗਈ, ਸਾਰੇ ਝੰਜਟ ਹੀ ਖਤਮ ਹੋ ਗਏ ਪਿਆਰਿਓ। ਹਰਿ ਨਾਮ ਸਿਮਰਤ ਮਿਟੇ ਕਿਰਬਖ, ਬੁਝੀ ਤਪਤ ਅਘਾਨਿਆ। ਕਹਿੰਦੇ ਪਰਮੇਸ਼ਰ ਦਾ ਜਦੋਂ ਨਾਮ ਸਿਮਰਿਆ, ਸਾਰੇ ਕਿਰਬਖ ਹੁੰਦੇ ਨੇ ਪਾਪ। ਹਰਿ ਨਾਮ ਸਿਮਰਤ ਮਿਟੇ ਕਿਰਬਖ, ਸਾਰੇ ਪਾਪ ਕਹਿੰਦੇ ਖਤਮ ਹੋ ਗਏ। ਬੁਝੀ ਤਪਤ ਅਘਾਨਿਆ। ਕਹਿੰਦੇ ਹੁਣ ਮਾਇਆ ਵਾਲੀ ਜਿਹੜੀ ਤਪਸ਼ ਸੀ, ਜਿਹੜੀ ਅੰਦਰ ਤਪਸ਼ ਸੀ ਹਿਰਦੇ ਦੇ, ਉਹ ਵੀ ਕਹਿੰਦੇ ਬੁਝ ਗਈ। ਹਿਰਦੇ ਦੇ ਅੰਦਰ ਜਿਹੜੀ ਤਪਸ਼ ਸੀ ਨਾ ਵਿਕਾਰਾਂ ਦੀ, ਉਹ ਵੀ ਬੁਝ ਗਈ। ਗਹਿ ਪੁਜਾਲੀ ਨੇ ਦਇਆ ਕੀਨੇ, ਆਪਨੇ ਕਰ ਮਾਨਿਆ। ਪਿਆਰੇ, ਜਿਸ ਨੂੰ ਬਾਂਹ ਫੜ ਕੇ ਸਤਿਗੁਰੂ ਬਖਸ਼ਿਸ਼ ਕਰ ਦੇਵੇ, ਕੱਢ ਲਵੇ। ਸਤਿਗੁਰ ਆਗੂ ਲਾਣੀਏ, ਬਾਂਹ ਪਕੜ ਅੰਧਲੇ ਉਧਾਰੇ। ਵਾਹਿਗੁਰੂ ਅੰਧਿਆਂ ਨੂੰ ਮਾਰਗ ਦਰਸ਼ਨ ਕਰ ਦਿੰਦਾ, ਬਾਂਹ ਫੜ ਕੇ ਆਪ ਕੱਢ ਲੈਂਦਾ ਪਿਆਰਿਓ। ਵਿਕਾਰਾਂ ਵਾਲੇ ਪਾਸੇ ਜਾਣ ਹੀ ਨਹੀਂ ਦਿੰਦਾ। ਤੇ ਸਤਿਗੁਰੂ ਦੇ ਚਰਨਾਂ ਦੇ ਨਾਲ ਜਿਹੜੇ ਜੁੜ ਜਾਂਦੇ ਨੇ, ਜਿਨ੍ਹਾਂ ਨੂੰ ਆਪਣੇ ਮਾਲਕ ਨੇ ਬਣਾ ਲਿਆ, ਵਿਕਾਰਾਂ ਵਾਲੇ ਪਾਸੇ ਉਹਨਾਂ ਨੂੰ ਜਾਣ ਹੀ ਨਹੀਂ ਦਿੰਦਾ। ਜੇ ਕਿਧਰੇ ਵਿਕਾਰ ਵਿੱਚ ਜਾਣ ਲੱਗਣ, ਉਹਨਾਂ ਨੂੰ ਬਾਂਹ ਫੜ ਕੇ ਆਪ ਕੱਢ ਲੈਂਦਾ ਹੈ। ਜਿਵੇਂ ਪਿਆਰਿਓ ਅਸੀਂ ਹਮੇਸ਼ਾ ਹੀ ਗੁਰੂ ਕਲਗੀਧਰ ਮਹਾਰਾਜ ਜੀ
ਬਾਹਵਾਂ ਪਵਿੱਤਰ ਸਿੱਖ ਭਾਈ ਜੋਗੇ ਦੀ ਜੀ ਵਾਰਤਾ ਸਰਵਣ ਕਰਦੇ ਹਾਂ ਜਦੋਂ ਇਹੋ ਸਾਨੂੰ ਸਬਕ ਮਿਲਦਾ ਨੇ ਕਿ ਸਤਿਗੁਰੂ ਨੇ ਕਿੱਥੇ ਉਸ ਦੀ ਰਾਖੀ ਕੀਤੀ ਪਿਆਰਿਓ। ਵਿਕਾਰਾਂ ਵਾਲੇ ਪਾਸੇ ਤੋਂ ਵਾਹਿਗੁਰੂ ਫਿਰ ਆਪ ਬਚਾ ਲੈਂਦਾ। ਲੈ ਅੰਕ ਲਾਏ ਹਰ ਵੇਲਾਏ ਜਨਮ ਮਰਣਾ ਦੁਖ ਦਲੇ। ਜੇ ਅੰਕ ਲਾਏ ਤੋਂ ਭਾਵ ਹੈ ਜਿਹਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਿਆ, ਜਿਹਨੂੰ ਵਾਹਿਗੁਰੂ ਨੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ। ਜਨਮ ਮਰਣਾ ਦੁੱਖ ਦਲੇ, ਉਹਨਾਂ ਦਾ ਜਿਹੜਾ ਜੰਮਣ ਮਰਨ ਦਾ ਚੱਕਰ ਸੀ ਉਹ ਮੇਰੇ ਵਾਹਿਗੁਰੂ ਨੇ ਖਤਮ ਕਰ ਦਿੱਤਾ। ਜਿਸ ਨੂੰ ਵੀ ਆਪਣੇ ਚਰਨਾਂ ਦੇ ਨਾਲ ਵਾਹਿਗੁਰੂ ਜੋੜ ਲੈਂਦਾ ਉਹਦਾ ਜੰਮਣ ਮਰਨ ਦਾ ਚੱਕਰ ਪਿਆਰਿਓ ਖਤਮ ਕਰ ਦਿੰਦਾ। ਜਨਮ ਮਰਨ ਵੱਡਾ ਵਿਛੋੜਾ, ਸਭ ਤੋਂ ਵੱਡਾ ਵਿਛੋੜਾ ਵੀ ਇਹੀ ਹੈ, ਸਭ ਤੋਂ ਵੱਡਾ ਦੁੱਖ ਵੀ ਇਹੀ ਹੋਈ ਹੈ ਕਿ ਦੁੱਖ ਪਿਆਰਿਓ ਮਾਲਕ ਖਤਮ ਕਰ ਦਿੰਦਾ। ਬਿਨਵੰਤ ਨਾਨਕ ਦਇਆ ਤਾਰੀ ਮੇਲ ਲੀਨੇ ਇੱਕ ਪਲੇ। ਜਿਸ ਤੇ ਵਾਹਿਗੁਰੂ ਕਿਰਪਾ ਕਰ ਦਿੰਦਾ, ਵਾਹਿਗੁਰੂ ਜੀ ਤੁਸੀਂ ਜਿਸ ਤੇ ਕਿਰਪਾ ਕਰੋ, ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਇਹ ਤੁਸੀਂ ਕਹਿੰਦੇ ਕਿਰਪਾ ਕਰ ਸਕਦੇ ਹੋ। ਬਿਨਵੰਤ ਨਾਨਕ ਦਇਆ ਧਾਰੀ, ਜਦੋਂ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ, ਮੇਲ ਲੀਨੇ ਇੱਕ ਪਲੇ, ਇੱਕ ਪਲ ਦੇ ਵਿੱਚ, ਇੱਕ ਛਿਣ ਦੇ ਵਿੱਚ ਆਪਣੇ ਨਾਲ ਬਣਾ ਲਿਆ, ਆਪਣਾ ਬਣਾ ਲਿਆ। ਪਿਆਰੀ ਆਵਾਜ਼ ਮਾਰਨ ਦੀ ਦੇਰ ਹੁੰਦੀ ਹੈ, ਮੁਖ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੀ ਰਾਮਈਆ। ਆਲਾਵੰਤੀ ਇਹ ਭ੍ਰਮ ਜੋ ਹੈ ਮੁਝ ਉਪਰ ਸਭ ਕੋ ਭਲਾ। ਸੂਦ ਸੂਦ ਕਰ ਮਾਰ ਉਠਾਇਓ ਕਹਾਂ ਕਰੂ ਬਾਪ ਪੀਠਲਾ। मोए हुए जो मुक्त देहोगे तो मुक्त न जाने कोई ला। ये पंडिया मोको टीट कहता है तेरी पैज पछौड़ी होएला। तू जो दयाल कृपाल कहियत है अत कुछ पयो अपारला। फिर की होया फेर दिया देहुरा नामे को पंडियन को पिछवार ला। ਜਦੋਂ ਮਾਲਕ ਦੇ ਚਰਨਾਂ ਦੇ ਨਾਲ ਭਗਤ ਜੀ ਜੁੜ ਗਈ, ਭਗਤ ਨਾਮਦੇਵ ਜੀ ਤੇ ਪੰਡਤਾਂ ਵੱਲ ਪਿੱਠ ਕਰ ਦਿੱਤੀ, ਨਾਮਦੇਵ ਨੂੰ ਆਪਣੇ ਮੱਥੇ ਲਾਇਆ। ਪਿਆਰਿਓ ਨਾਮਦੇਵ ਤੇ ਕਿਰਪਾ ਕੀਤੀ, ਕਿਰਪਾ ਉਸੇ ਦੀ ਮਾਲਕ ਕਰਦਾ, ਇੱਕ ਛਿਣ ਦੇ ਵਿੱਚ ਹੀ ਕਰਦਾ। ਆਓ ਉਹ ਪਲ ਬਣਾਉਣ ਵਾਸਤੇ ਤਿਆਰੀ ਕਰੀਏ, ਉਹ ਛਿਣ ਬਣਾਉਣ ਵਾਸਤੇ ਤਿਆਰੀ ਕਰੀਏ। ਇੱਕ ਚਿੱਤ ਜਿਨ ਇੱਕ ਛਿਣ ਧਿਆਇਓ ਕਾਲ ਫਾਸ ਕੇ ਵਿੱਚ ਨਾ ਆਇਓ। ਪਿਆਰਿਓ ਉਹ ਜਮਾ ਦੀ ਫਾਹੀ ਦੇ ਵਿੱਚ ਨਹੀਂ ਪਵੇਗਾ, ਜਿਹੜਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਵੇਗਾ। ਜੁੜਨਾ ਕਰੀਏ, ਉਹ ਛਿਣ ਦੀ ਤਿਆਰੀ ਕਰੀਏ। ਪਿਆਰਿਓ ਇਹ ਨਹੀਂ ਹੈ ਉਹ ਛਿਣ ਇੱਕ ਜਪ ਲਈ ਵੈਸੇ ਹੀ ਪਾਰ ਉਤਾਰਾ ਹੋ ਜਾਵੇਗਾ। ਇਹ ਛਿਣ ਦੀ ਤਿਆਰੀ ਹੈ, ਜਨਮ ਲੱਗ ਜਾਂਦੇ ਨੇ ਕਈ ਵਾਰੀ। ਤੇ ਆਓ ਕੁਝ ਕੁ ਸਮਾਂ ਉਸ ਵਾਹਿਗੁਰੂ ਦੇ ਚਿੰਤਨ ਨਾਲ ਜੁੜੀਏ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੋ ਜਾਨੋ ਤਿਉ ਰਾਖ ਹਰਿ ਪ੍ਰਭੂ ਤੇਰਿਆ ਕੀਤੇ ਗਨੋ ਅਸੰਖ ਅਵਗਣ ਮੇਰਿਆ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤ ਸਦ ਭੂਲਿਐ ਮੋਹ ਮਗਨ ਬਿਕ ਰਾਲ ਮਾਇਆ ਤਉ ਪ੍ਰਸਾਦਿ ਕੂਲਿਐ ਲੋਕ ਕਰਤ ਵਿਕਾਰ ਵਿਖਰੇ ਪ੍ਰਭ ਨੇਰਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਤਾਰੋ ਕਾਢ ਭਵਦਲ ਫੇਰਿਆ ਕਾਢ ਭਵਦਲ ਫੇਰਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਦਰਬਾਰ ਦੇ ਨਾਲ ਜੁੜ ਕਰਕੇ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਚਨ
ਬਖਸ਼ਿਸ਼ ਕੀਤੇ ਜੋ ਮਾਲਕ ਨੇ ਆਪ ਸਾਰਿਆਂ ਨੇ ਸਰਵ ਕੀਤੇ ਹਨ। ਸਤਿਗੁਰ ਦੇ ਚਰਨਾਂ ਵਿੱਚ ਇਹੋ ਅਰਦਾਸ ਬੇਨਤੀ ਕਰੀਏ, ਵਾਹਿਗੁਰੂ ਸੰਸਾਰ ਦੇ ਇਹਨਾਂ ਫੇਰਿਆਂ ਤੋਂ ਸਾਨੂੰ ਬਚਾ ਲਓ, ਆਵਾਗਾਉਣ ਤੋਂ ਸਾਨੂੰ ਰਹਿਤ ਕਰ ਦੇਵੋ। ਸਦੀਵ ਕਾਲ ਵਾਸਤੇ ਆਪਣੇ ਚਰਨ ਕਮਲਾਂ ਦੇ ਨਾਲ ਜੋੜ ਲਓ। ਚਰਨ ਕਮਲਾਂ ਦੇ ਨਾਲ ਤਾਂ ਹੀ ਜੁੜਾਂਗੇ ਸਤਿਗੁਰ ਦਰ ਤੇ, ਹਾਜ਼ਰੀਆਂ ਭਰਾਂਗੇ ਜੀ ਹੋਈਆਂ ਭੁੱਲਾਂ ਦੀ ਖਿਮਾ, ਗਦ ਵਿੱਚ ਕੇ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।